नुमान साहब बताइएगा कि शादी के बाद पहला सदमा आपको कब लगा? ना पूछने वालियां ते नहीं स्टूडियो तो बाद घर भी जाना ਹੁੰਦਾ ਹੈ ਸਦਮਾ ਤੇ ਸਾਨੂੰ ਜੀ ਇੱਕ ਦੋ ਦਿਨ ਬਾਅਦ ਹੀ ਪਤਾ ਚੱਲ ਗਿਆ ਸੀ ਕਿ ਸ਼ਰਾਫਤ ਜਿਹੜੀ ਹੁੰਦੀ ਉਹ ਮੇਰਾ ਖਿਆਲ ਇੱਕ ਦੋ ਦਿਨ ਦੀ ਮਹਿਮਾਨ ਹੁੰਦੀ ਹੈ ਉਸ ਤੋਂ ਬਾਅਦ ਤੇ ਪਤਾ ਲੱਗਾ ਕਿਸੇ ਵੱਡੇ ਜਿਹੇ ਬੰਦੇ ਦੇ ਨਾਲ ਬੰਦੇ ਦਾ ਟਕਰਾਅ ਨਹੀਂ ਪੈ ਜਾਂਦਾ ਉਹ ਫਿਰ ਉਹ ਬੰਦੇ ਨੂੰ ਡਰ ਕੇ ਰਹਿਣਾ ਤੇ ਜ਼ਰਾ ਛੁਪ ਕੇ ਰਹਿਣਾ ਪੈਂਦਾ ਹੈ ਉਹ ਬੜਾ ਵੱਡਾ ਸਦਮਾ ਹੁੰਦਾ ਹੈ जरा इस बात पे भी रोशनी डालिएगा कि बीवी जब नाराज हो जाए तो फिर क्या करना चाहिए? ਜਦੋਂ ਬੀਵੀ ਨਾਰਾਜ਼ ਹੁੰਦੀ ਤਾਂ ਉਹਨੂੰ ਮਨਾਉਣਾ ਬੜਾ ਮੁਸ਼ਕਿਲ ਹੁੰਦਾ ਹੈ ਜਾਂ ਤੇ ਤੁਸੀਂ ਉਹਨੂੰ ਕੋਈ ਪੀਜ਼ਾ ਵਗੈਰਾ ਖਵਾ ਦਿਓ ਤੇ ਫਿਰ ਵੀ ਨਾ ਮੰਨੇ ਤੇ ਫਿਰ ਉਹਦੇ ਮੋਬਾਈਲ 'ਚ ਕੋਈ ਆਨਲਾਈਨ ਸ਼ਾਪਿੰਗ ਦੀ ਕੋਈ ਚੀਜ਼ਾਂ ਕੱਢ ਕੇ ਮੋਬਾਈਲ ਉਹਦੇ ਹੱਥ 'ਚ ਫੜਾ ਦਿਓ ਜੇ ਫਿਰ ਵੀ ਨਾ ਮੰਨੇ ਤੇ ਫਿਰ ਸਮਝ ਜਾਓ ਕਿ ਫਿਰ ਉਹਦੀ ਭੈਣ ਨੂੰ ਫੋਨ ਕਰਕੇ ਤੇ ਉਹਨੂੰ ਮਨਵਾਉਣਾ ਪੈਣਾ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਬੇਗਮ ਨੂੰ ਨਾ नहीं, भैन ਨੂੰ ਫੋਨ ਕਰਨ ਨਾਲ ਸਮ ਟਾਈਮ ਗੱਲ ਪੁੱਠੀ ਵੀ ਪੈ ਸਕਦੀ ਹੈ। ਨਹੀਂ ਬੀਵੀਆਂ ਆਪਣੇ ਮੇਕੇ ਫੋਨ ਕਰਕੇ ਜਿੰਨੀ ਜਲਦੀ ਮੰਨਦੀਆਂ ਨੇ ਜਾਂ ਆਨਲਾਈਨ ਸ਼ਾਪਿੰਗ ਤੋਂ ਮੰਨਦੀਆਂ ਨੇ ਮੇਰਾ ਖਿਆਲ ਹੈ ਹੋਰ ਕਿਸੇ ਚੀਜ਼ ਤੋਂ ਨਹੀਂ ਮੰਨਦੀਆਂ अच्छा, ये तो हो गई मायके की बात। मायके के अलावा आपकी बीवी को सबसे ज्यादा किस चीज से मोहब्बत है? ਬੀਵੀਆਂ ਨੂੰ ਜੀ ਸਭ ਤੋਂ ਜ਼ਿਆਦਾ ਮੁਹੱਬਤ ਹੁੰਦੀ ਹੈ ਕਿਸੇ ਚੀਜ਼ ਦੇ ਉੱਤੇ ਕੋਈ 50% ਡਿਸਕਾਊਂਟ ਲੱਗਾ ਹੋਏ ਜਾਂ ਕੋਈ ਫ੍ਰੀ ਡਿਲੀਵਰੀ ਮਿਲਦੀ ਹੋਏ ਜਾਂ ਕਿਧਰੇ ਕੋਈ ਬਹੁਤ ਅੱਛੀ ਕੋਈ ਸੇਲ ਲੱਗੀ ਹੋਏ ਤੇ ਜੇ ਤਿੰਨੋਂ ਚੀਜ਼ਾਂ ਉਹਨਾਂ ਨੂੰ ਇੱਕੋ ਹੀ ਦੁਕਾਨ ਤੋਂ ਮਿਲ ਜਾਣ ਤੇ ਫਿਰ ਸਮਝੋ ਕਿ ਬੇਗਮ ਦਾ ਡੇਰਾ ਉੱਥੇ ਹੀ ਲੱਗ ਗਿਆ ਫਿਰ ਤੁਸੀਂ ਆਪਣੀ ਕੁਰਸੀ ਲੱਭ ਲਓ ਤੇ ਕੁਰਸੀ ਤੇ ਸਾਈਡ ਤੇ ਹੋ ਕੇ ਬੈਠ ਜਾਓ ਫਿਰ ਬੇਗਮ ਜਾਣੇ ਤੇ ਦੁਕਾਨਦਾਰ ਜਾਣਾ अच्छा, ये बताइएगा कि क्या बीवी से डरना चाहिए? नहीं नहीं बीवी से नहीं डरना चाहिए बल्कि हर वक्त डर के रहना चाहिए बीवी को डरना ਜਿਹੜਾ ਉਹ ਤੇ ਬੰਦੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਕਿਉਂਕਿ बीवी ਦਾ ਤੇ ਮੌਸਮ ਦਾ ਕੋਈ ਪਤਾ ਨਹੀਂ ਚੱਲਦਾ ਕਿ ਕਿਸ ਟਾਈਮ ਬਦਲ ਜਾਣ ਮੌਸਮ ਬਦਲਿਆ ਵਾਰਾ ਖਾ ਜਾਂਦਾ ਬੇਗਮ ਬਦਲੀ ਵਾਰਾ ਨਹੀਂ ਬੇਗਮ ਬਦਲ ਜੇ ਤੇ ਸਮਝੋ ਕਿ ਤੁਹਾਡੀ ਜੇਬ ਦੇ ਉੱਤੇ ਬਹੁਤ ਭਾਰ ਪੈਣ ਵਾਲਾ ਹੈ ਤੇ बीवी ਬਦਲੀ ਨਹੀਂ ਵਾਰਾ ਖਾਂਦੀ उसी पासे दुखी मालूम होंगे हो। ਬਿਲਕੁਲ ਬਿਲकुल ਇਹ ਸਾਰੇ ਮਰਦ ਹੀ ਵਿਚਾਰੇ ਦੁਖੀ ਨੇ ਜਿਨ੍ਹਾਂ ਦੇ ਅਜ਼ਾਬ ਅਜ਼ਾਬ ਵਾਲਾ ਕੰਮ ਵੱਡਾ ਹੋ ਗਿਆ ਅਸਤਗਫਿरुल्लाह ये लाजमी कट करी ये बिल्कुल नहीं कट करना आप जैसे और भी बहुत सारे दुखी होंगे जिसको सुन के बहुत खुश होंगे। आपकी बातों से वाकईतन महसूस हो रहा है कि आप अपनी बीवी से खासा डरते हैं क्योंकि आप बोलते बोलते चुप हो गए हैं और बोलने की आज़ादी छिन जाने के साथ साथ और कौन सी आज़ादी छिन जाती है शादी के बाद? सच कदी कदी ना कुछ सच्चियां गल्लां ਜਦੋਂ ਕੋਈ ਦੁੱਖ ਦਿਲ 'ਚ ਨਿਕਲਦਾ ਨਾ ਫਿਰ ਕੁਝ ਸੱਚੀਆਂ ਗੱਲਾਂ ਜ਼ੇਨ 'ਚੋਂ ਨਿਕਲ ਜਾਂਦੀਆਂ ਇਸੇ ਵਾਸਤੇ ਮੈਂ ਚੁੱਪ ਕਰ ਗਿਆ ਕਿ ਮੈਂ ਪ੍ਰੋਗਰਾਮ ਤੋਂ ਬਾਅਦ ਆਪਣੇ ਘਰ ਹੀ ਜਾਣਾ ਜਿਹੜੀ ਆਜ਼ਾਦੀ ਦੀ ਗੱਲ ਹੈ ਵਿਆਹ ਕਰਾ ਕੇ ਯਕੀਨ ਕਰੋ ਤੁਸੀਂ ਬੇਗਮ ਦੇ ਕੋਲ ਬਹਿ ਕੇ ਤੁਸੀਂ ਆਪਣਾ ਮੋਬਾਈਲ ਨਹੀਂ ਜੇ ਫੜ ਸਕਦੇ ਜੇ ਤੁਸੀਂ ਕਹੋ ਨਾ ਕਿ ਮੈਂ ਮੋਬਾਈਲ ਫੜ ਕੇ ਕਿਸੇ ਨੂੰ ਮੈਸੇਜ ਕਰਨਾ ਦੂਸਰੀ ਗੱਲ ਲੋ ਜੀ ਗਲੀ ਦੇ ਕੋਨੇ ਤੇ ਹੁੰਨਾ ਮੈਂ ਜਾਂਦੇ ਆਪਣਾ ਮੋਬਾਈਲ ਸਾਇਲੈਂਟ ਕਰਕੇ ਜੇਬ 'ਚ ਪਾ ਲੈਣਾ ਕਿਸੇ ਦਾ ਮੈਸੇਜ ਆ ਜਾਏ ਤੁਸੀਂ ਰਾਤ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਜੀ ਦਫ਼ਤਰ ਦੇ ਵਿੱਚ ਆ ਜਾਂ ਕੰਮ ਲੱਗਾ ਤੇ ਮੈਂ ਲੇਟ ਆ ਤੁਸੀਂ ਘਰ ਜਾਣਾ ਤੁਹਾਡੀ ਸ਼ਾਮਤ ਪੱਕੀ ਹੈ ਇਹ ਬਸ ਜੀ ਇਹ ਜ਼ਿੰਦਗੀ ਦੇ ਨਾਲ ਸਾਰੇ ਮਾਮਲਾਤ ਚੱਲਦੇ ਨੇ औरतें जब अपना वेट गेन कर लेती हैं तो उसके हवाले से बताइएगा कि बीवी जब मोटी लग रही हो तो क्या कहना चाहिए एक शौहर को? ओहो ये गल ना करो ये बड़ी खतरनाक गल है ये सवाल नहीं मेरा ख्याल है मौत का परवाना है ਤੇ ਕਦੀ ਇਸ ਤਰ੍ਹਾਂ ਦਾ ਮੌਕਾ ਆ ਵੀ ਜਾਏ ਤੇ ਫਟਾਫਟ ਕਹਿ ਦਿਓ ਨਹੀਂ ਸਰਕਾਰ ਤੁਸੀਂ ਤਾਂ ਅੱਜ ਵੀ ਸਾਡੇ ਦਿਲ 'ਚ ਵਸਦੇ ਹੋ ਇਹ ਬੜੀ ਖਤਰਨਾਕ ਗੱਲ ਹੈ ਬੇਗਮ ਦੇ ਖਿਲਾਫ ਤੁਸੀਂ ਕੋਈ ਗੱਲ ਕਰਦੇ ਹੋ ਖਸੂਸਨ ਉਹਨੂੰ ਮੋਟਾ ਕਹਿ ਦਿਓ ਤੇ ਫਿਰ ਤੇ ਸਮਝੋ ਕਿ ਤੁਸੀਂ ਗਏ अच्छा नुमान साहब बताइएगा कि बीवी का सबसे खतरनाक हथियार कौन सा है? ਤੁਸੀਂ ਸਵਾਲ ਹੀ ਬੜੇ ਖਤਰਨਾਕ ਕਰ ਰਹੇ ਹੋ ਬੀਵੀ ਦਾ ਸਭ ਤੋਂ ਖਤਰਨਾਕ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਮੈਂ ਦੱਸ ਰਿਹਾ ਆਪਣੇ ਤਜਰਬੇ ਦੇ ਨਾਲ ਕਿ ਜਦੋਂ ਬੀਵੀ ਬਿਲਕੁਲ ਖਾਮੋਸ਼ ਹੋ ਜਾਏ ਤੁਹਾਡੇ ਕੋਲੋਂ ਲੰਘਦਿਆਂ ਜਾਂਦਿਆਂ ਤੁਹਾਨੂੰ ਇੰਝ ਲੱਗੇ ਕਿ ਅੱਜ ਬੀਵੀ ਮੇਰੀ ਚੁੱਪ ਲੱਗ ਰਹੀ ਹੈ ਸਮਝੋ ਜੀ ਕਿ ਖਤਰਾ ਤੁਹਾਡਾ 100% ਹੈ ਤੇ ਬਸ ਸਮਝੋ ਕਿ ਕਿਸੇ ਵੀ ਵਕਤ ਹਮਲਾ ਹੋਣ ਵਾਲਾ ਹੈ ਉਹ ਹਮਲਾ ਜਿਹੜਾ ਨਾ ਉਹ ਜੀਬ ਤੇ ਵੀ ਭਾਰਾ ਪੈਂਦਾ ਹੈ ਤੇ ਆਪਣੇ ਆਪ ਤੇ ਵੀ ਭਾਰਾ ਪੈਂਦਾ ਹੈ आपकी बातों से वाकईतन महसूस हो रहा है कि आप अपनी बीवी से खासा डरते हैं क्योंकि आप बोलते बोलते चुप हो गए हैं और बोलने की आज़ादी छिन जाने के साथ साथ और कौन सी आज़ादी छिन जाती है शादी के बाद? सच कदी कदी ना कुछ सच्चियां गल्लां ਜਦੋਂ ਕੋਈ ਦੁੱਖ ਦਿਲ 'ਚ ਨਿਕਲਦਾ ਨਾ ਫਿਰ ਕੁਝ ਸੱਚੀਆਂ ਗੱਲਾਂ ਜ਼ੇਨ 'ਚੋਂ ਨਿਕਲ ਜਾਂਦੀਆਂ ਇਸੇ ਵਾਸਤੇ ਮੈਂ ਚੁੱਪ ਕਰ ਗਿਆ ਕਿ ਮੈਂ ਪ੍ਰੋਗਰਾਮ ਤੋਂ ਬਾਅਦ ਆਪਣੇ ਘਰ ਹੀ ਜਾਣਾ ਜਿਹੜੀ ਆਜ਼ਾਦੀ ਦੀ ਗੱਲ ਹੈ ਵਿਆਹ ਕਰਾ ਕੇ ਯਕੀਨ ਕਰੋ ਤੁਸੀਂ ਬੇਗਮ ਦੇ ਕੋਲ ਬਹਿ ਕੇ ਤੁਸੀਂ ਆਪਣਾ ਮੋਬਾਈਲ ਨਹੀਂ ਜੇ ਫੜ ਸਕਦੇ ਜੇ
ਤੁਸੀਂ ਕਹੋ ਨਾ ਕਿ ਮੈਂ ਮੋਬਾਈਲ ਫੜ ਕੇ ਕਿਸੇ ਨੂੰ ਮੈਸੇਜ ਕਰਨਾ। ਦੂਸਰੀ ਗੱਲ, ਲੋ ਜੀ ਗਲੀ ਦੇ ਕੋਨੇ ਤੇ ਹੁੰਨਾ ਮੈਂ ਜਾਂਦਿਆਂ ਆਪਣਾ ਮੋਬਾਈਲ ਸਾਇਲੈਂਟ ਕਰਕੇ ਜੇਬ 'ਚ ਪਾ ਲੈਣਾ, ਕਿਸੇ ਦਾ ਮੈਸੇਜ ਆ ਜਾਏ। ਤੁਸੀਂ ਰਾਤ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਜੀ ਦਫ਼ਤਰ ਦੇ ਵਿੱਚ ਆ ਜਾਂ ਕੰਮ ਲੱਗਾ ਤੇ ਮੈਂ ਲੇਟ ਆ, ਤੁਸੀਂ ਘਰ ਜਾਣਾ, ਤੁਹਾਡੀ ਸ਼ਾਮਤ ਪੱਕੀ ਹੈ। ਇਹ ਬਸ ਜੀ ਇਹ ਜ਼ਿੰਦਗੀ ਦੇ ਨਾਲ ਨਾਲ ਸਾਰੇ ਮਾਮਲਾਤ ਚੱਲਦੇ ਨੇ।